हेलो एवरीवन, हाउ आर यू। ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 11th ਦਾ 7th ਲੈਸਨ ਲੈਟਸ ਨੋਟ ਫੋਰਗੇਟ ਦ ਮਾਰਟਰਸ ਕਿ ਆਓ ਅਸੀਂ ਸ਼ਹੀਦਾਂ ਨੂੰ ਨਾ ਭੁੱਲੀਏ, ਕਦੀ ਵੀ ਨਾ ਭੁੱਲੀਏ, ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ। ਲੈਟਸ ਸਟਾਰਟ। ਪਰਮਵੀਰ ਚੱਕਰ ਇਜ਼ ਦ ਹਾਈਐਸਟ ਗੈਲੈਂਟਰੀ ਅਵਾਰਡ। ਪਰਮਵੀਰ ਚੱਕਰ ਇੱਕ ਸਭ ਤੋਂ ਉੱਚਾ ਬਹਾਦਰੀ ਦਾ ਅਵਾਰਡ ਹੈ, ਸਨਮਾਨ ਹੈ, इंस्टीट्यूटेड बाय द गवर्नमेंट ऑफ इंडिया, जो कि इंडिया दी गवर्नमेंट द्वारा ऑर्गेनाइज किया जाता है, दिता जाता है, टू बी कन्फर्ड ऑन दो सोल्जर्स, उन्होंने सैनिकों नूं, उन्होंने सोल्जर्स नूं दिता जाता है हु डिस्प्ले एग्जाम्पलरी करेज एंड ब्रेवरी इन देयर फाइट फॉर द ऑनर, डिग्निटी एंड द प्रोटेक्शन ऑफ देयर मदरलैंड। वो सैनिक जो कि अपने मान सन्मान अते अपनी ਧਰਤੀ ਮਾਤਾ ਦੇ ਸੁਰੱਖਿਆ ਦੀ ਲੜਾਈ ਦੇ ਵਿੱਚ ਇੱਕ ਲਾਸਾਨੀ ਸਾਹਸ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹਨ। We can sleep in peace only because of the alert presence of these sentinels at the borders of our country। ਅਸੀਂ ਆਪਣੇ ਦੇਸ਼ ਦੇ ਬਾਰਡਰਸ ਤੇ, ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਇਨ੍ਹਾਂ ਬਹਾਦਰ ਪਹਿਰੇਦਾਰਾਂ ਦੀ ਮੌਜੂਦਗੀ ਕਾਰਨ ਹੀ ਆਪਣੇ ਘਰਾਂ ਵਿੱਚ ਸ਼ਾਂਤੀ ਨਾਲ ਸੌਂ ਸਕਦੇ ਹਾਂ। The excerpts below describe the heroics of some of the recipients of this great honor। ਹੇਠਾਂ ਦਿੱਤਾ ਹੋਇਆ ਲੇਖ ਇਸ ਮਹਾਨ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਉਹਨਾਂ ਵੀਰ ਯੋਧਿਆਂ ਦੇ ਵੀਰ ਰਸ ਨੂੰ ਬਿਆਨ ਕਰਦਾ ਹੋਇਆ ਇੱਕ ਛੋਟਾ ਜਿਹਾ ਅੰਸ਼ ਹੈ। They laid down their lives, ਉਹਨਾਂ ਨੇ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ, but changed the course of war through their great display of courage by inflicting heavy losses upon the foes। ਉਹਨਾਂ ਨੇ ਆਪਣੇ ਸਾਹਸ ਦਾ ਅਦਭੁਤ ਪ੍ਰਦਰਸ਼ਨ ਕਰਦਿਆਂ ਹੋਇਆਂ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਹੋਏ ਯੁੱਧ ਦਾ ਦ੍ਰਿਸ਼ ਹੀ ਚੇਂਜ ਕਰ ਦਿੱਤਾ। ਆਓ ਆਪਾਂ ਲੈਸਨ ਸ਼ੁਰੂ ਕਰਦੇ ਹਾਂ। ਮੇਜਰ ਸੋਮਨਾਥ ਸ਼ਰਮਾ 1923-1947। ਮੇਜਰ ਸੋਮਨਾਥ ਸ਼ਰਮਾ ਜਿਨ੍ਹਾਂ ਦਾ ਜਨਮ 1923 ਵਿੱਚ ਹੋਇਆ ਅਤੇ ਜਿਨ੍ਹਾਂ ਦੀ ਸ਼ਹੀਦੀ 1947 ਈਸਵੀ ਵਿੱਚ ਹੋਈ, was the first recipient of the ਪਰਮਵੀਰ ਚੱਕਰ। ਉਹ ਪਰਮਵੀਰ ਚੱਕਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਸ਼ਹੀਦ ਸਨ। The highest Indian gallantry award, ਪਰਮਵੀਰ ਚੱਕਰ ਜੋ ਕਿ ਸਰਵੋੱਚ ਭਾਰਤ ਦਾ ਬਹਾਦਰੀ ਦਾ ਸਨਮਾਨ ਹੈ। He was awarded the medal posthumously for his bravery in the Kashmir operations in November 1947। ਉਹਨਾਂ ਨੂੰ ਨਵੰਬਰ 1947 ਦੇ ਵਿੱਚ ਕਸ਼ਮੀਰ ਆਪਰੇਸ਼ਨਸ ਵਿੱਚ ਬਹਾਦਰੀ ਦਿਖਾਉਂਦੇ ਹੋਏ ਸ਼ਹੀਦ ਹੋਣ ਉਪਰੰਤ ਇਹ ਅਵਾਰਡ ਮਿਲਿਆ। He died, ਉਹਨਾਂ ਦੀ ਮ੍ਰਿਤਿੂ ਹੋ ਗਈ, ਉਹ ਸ਼ਹੀਦ ਹੋ ਗਏ while evicting ਪਾਕਿਸਤਾਨੀ ਇਨਫਿਲਟਰੇਟਰਸ ਐਂਡ ਰੇਡਰਸ, ਜਦੋਂ ਕਿ ਉਹ ਪਾਕਿਸਤਾਨੀ ਇਨਫਿਲਟਰੇਟਰਸ ਘੁਸਪੈਠੀਆਂ ਨੂੰ, ਰੇਡਰਸ ਯਾਨੀ ਹਮਲਾਵਰਾਂ ਨੂੰ ਐਵਿਕਟਿੰਗ ਭਾਵ ਬਾਹਰ ਕੱਢ ਰਹੇ ਸਨ ਫਰੋਮ ਸ਼੍ਰੀਨਗਰ 에ਅਰਪੋਰਟ। ਸ਼੍ਰੀਨਗਰ 에ਅਰਪੋਰਟ ਤੋਂ ਡਿਊਰਿੰਗ ਦਾ ਇੰਡੋ ਪਾਕ ਵਾਰ of 1947-48 in ਕਸ਼ਮੀਰ। ਕਸ਼ਮੀਰ ਦੇ ਵਿੱਚ 1947-48 ਦੀ ਇੰਡੋ ਪਾਕ ਯੁੱਧ ਦੇ ਦਰਮਿਆਨ। He belonged to the 4th Kumaon Regiment। ਉਹ 4ਥੀ ਕੁਮਾਊਂ ਰੈਜੀਮੈਂਟ ਦੇ ਨਾਲ ਸੰਬੰਧ ਰੱਖਦੇ ਸਨ। ਮੇਜਰ ਸੋਮਨਾਥ ਸ਼ਰਮਾ was born on 31st January 1923 at ਦਾਦ, ਕਾਂਗੜਾ, ਹਿਮਾਚਲ ਪ੍ਰਦੇਸ਼, ਇੰਡੀਆ। ਮੇਜਰ ਸੋਮਨਾਥ ਸ਼ਰਮਾ ਜੀ ਦਾ ਜਨਮ 31 ਜਨਵਰੀ 1923 ਵਿੱਚ ਦਾਦ ਵਿੱਚ, ਜੋ ਕਿ ਕਾਂਗੜਾ, ਹਿਮਾਚਲ ਪ੍ਰਦੇਸ਼, ਇੰਡੀਆ ਵਿੱਚ ਹੈ, ਹੋਇਆ। He came from a well-known military family। ਉਹਨਾਂ ਦਾ ਸੰਬੰਧ ਇੱਕ ਬਹੁਤ ਹੀ ਮਸ਼ਹੂਰ ਮਿਲਟਰੀ ਪਰਿਵਾਰ ਦੇ ਨਾਲ ਸੀ। His father, ਉਹਨਾਂ ਦੇ ਪਿਤਾ ਜੀ ਮੇਜਰ ਜਨਰਲ ਅਮਰਨਾਥ ਸ਼ਰਮਾ was also a military officer। ਉਹਨਾਂ ਦੇ ਪਿਤਾ ਮੇਜਰ ਜਨਰਲ ਅਮਰਨਾਥ ਸ਼ਰਮਾ ਜੀ ਉਹ ਵੀ ਮਿਲਟਰੀ ਦੇ ਅਫਸਰ ਸਨ। His company was airlifted to Srinagar on 31st October 1947। ਉਹਨਾਂ ਦੇ ਸੋਲਜਰਸ ਦੀ ਕੰਪਨੀ, ਉਹਨਾਂ ਦਾ ਗਰੁੱਪ, ਉਸ ਨੂੰ 에ਅਰਲਿਫਟ ਕੀਤਾ ਗਿਆ ਭਾਵ ਹੈਲੀਕਾਪਟਰ ਦੇ ਨਾਲ ਪਹੁੰਚਾਇਆ ਗਿਆ ਟੂ ਸ਼੍ਰੀਨਗਰ ਦੇ ਵਿੱਚ 31 ਅਕਤੂਬਰ 1947 ਵਿੱਚ। His right hand was in a plaster cast as a result of injuries sustained in the hockey field previously। ਹਾਕੀ ਦੇ ਮੈਦਾਨ ਵਿੱਚ ਲੱਗੀਆਂ ਸੱਟਾਂ ਕਰਕੇ ਉਦੋਂ ਉਹਨਾਂ ਦੇ ਸੱਜੇ ਹੱਥ ਤੇ ਪਲਾਸਟਰ ਲੱਗਿਆ ਹੋਇਆ ਸੀ, but he insisted on being with his company in combat and was given permission to go। ਪਰ ਉਹਨਾਂ ਨੇ ਜ਼ਿੱਦ ਕੀਤੀ ਕਿ ਉਹ ਵੀ ਆਪਣੀ ਕੰਪਨੀ ਦੇ ਨਾਲ ਇਸ ਲੜਾਈ ਵਿੱਚ ਜ਼ਰੂਰ ਜਾਣਗੇ ਅਤੇ ਉਹਨਾਂ ਨੂੰ ਇਸ ਦੀ ਆਗਿਆ ਮਿਲ ਗਈ।
On 3rd November 1947, Major Somnath Sharma's company was ordered on a fighting patrol at Badgam village in the Kashmir Valley. 3 ਨਵੰਬਰ 1947 ਨੂੰ ਮੇਜਰ ਸੋਮਨਾਥ ਸ਼ਰਮਾ ਜੀ ਦੀ ਕੰਪਨੀ ਨੂੰ ਇਹ ਆਰਡਰ ਹੋਇਆ ਕਿ ਉਹਨਾਂ ਨੇ ਬਦਗਾਮ ਵਿਲੇਜ ਜੋ ਕਿ ਕਸ਼ਮੀਰ ਵੈਲੀ ਵਿੱਚ ਹੈ ਉੱਥੇ ਲੜਨ ਵਾਲੀ ਗਸ਼ਤ ਦੇ ਨਾਲ ਜਾਣਾ ਹੈ। A tribal ਲਸ਼ਕਰ of 700 raiders approached Badgam from the direction of ਗੁਲਮਰਗ, ਕਿਉਂਕਿ ਬਦਗਾਮ ਪਿੰਡ ਵਿੱਚ ਗੁਲਮਰਗ ਦੀ ਦਿਸ਼ਾ ਤੋਂ ਉੱਥੇ ਆਤੰਕਵਾਦੀਆਂ ਦਾ ਇੱਕ ਗੁੱਟ ਜਿਸ ਦਾ ਨਾਮ ਲਸ਼ਕਰ ਸੀ ਉਸ ਦੇ 700 ਹਮਲਾਵਰਾਂ ਨੇ ਬਦਗਾਮ ਤੇ ਹਮਲਾ ਕਰ ਦਿੱਤਾ ਸੀ ਜੋ ਕਿ ਗੁਲਮਰਗ ਵੱਲੋਂ ਆਏ ਸੀ। The company was soon surrounded by the enemy from 3 sides. Indian soldiers ਦੀ ਕੰਪਨੀ ਨੂੰ 3 ਪਾਸਿਓਂ ਉਹਨਾਂ ਨੇ ਘੇਰਾ ਪਾ ਲਿਆ and sustained heavy casualties, ਅਤੇ ਬਹੁਤ ਸਾਰੀਆਂ ਕੈਜੁਅਲਿਟੀਜ਼ ਹੋ ਰਹੀਆਂ ਸੀ, ਜਾਨਾਂ ਜਾ ਰਹੀਆਂ ਸੀ, ਬਹੁਤ ਸਾਰਾ ਨੁਕਸਾਨ ਹੋ ਰਿਹਾ ਸੀ ਇੰਡੀਅਨ ਸੋਲਜਰਸ ਦੀ ਕੰਪਨੀ ਨੂੰ ਫਰੋਮ ਦ ਐਨਸੂਇੰਗ ਮੋਟਰ ਬੰਬਾਰਡਮੈਂਟ। ਤੇ ਉਹਦੇ ਪਿੱਛੇ ਨਾਲ ਹੀ ਬਹੁਤ ਭਾਰੀ ਮਾਤਰਾ ਦੇ ਵਿੱਚ ਤੋਪ ਦੇ ਗੋਲੇ ਦਾਗੇ ਜਾ ਰਹੇ ਸਨ ਅੰਡਰ ਹੈਵੀ ਫਾਇਰ ਐਂਡ ਆਊਟਨੰਬਰਡ 7 to 1। ਤਾਂ ਇਸ ਭਾਰੀ ਗੋਲਾਬਾਰੀ ਦੇ ਅਧੀਨ ਇੰਡੀਅਨ ਸੋਲਜਰਸ ਵੀ ਆਊਟਨੰਬਰਡ ਹੋ ਗਏ, ਭਾਵ ਉਹਨਾਂ ਦੀ ਗਿਣਤੀ ਘਟ ਗਈ। ਦੁਸ਼ਮਣ 7 ਗੁਣਾ ਸਨ, ਭਾਵ ਉਹ 700 ਸਨ ਤੇ ਇਹ ਸਿਰਫ 100 ਦੀ ਗਿਣਤੀ ਵਿੱਚ ਸਨ। ਸੋਮਨਾਥ urged his company to fight bravely। ਸੋਮਨਾਥ ਨੇ ਆਪਣੀ ਕੰਪਨੀ ਨੂੰ, ਆਪਣੀ ਫੌਜੀ ਟੁਕੜੀ ਨੂੰ ਬੇਨਤੀ ਕੀਤੀ ਕਿ ਉਹ ਬਹੁਤ ਬਹਾਦਰੀ ਨਾਲ ਲੜਨ, often exposing himself to danger as he ran from post to post। ਤੇ ਉਹ ਅਕਸਰ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਕੇ ਇੱਕ ਪੋਸਟ ਤੋਂ ਦੂਜੀ ਪੋਸਟ ਵੱਲ ਜਾਂਦੇ ਹੋਏ ਇਹ ਮੈਸੇਜ ਦੇ ਰਹੇ ਸਨ ਤੇ ਉਹਨਾਂ ਦਾ ਹੌਸਲਾ ਵਧਾ ਰਹੇ ਸਨ ਤੇ ਸਾਰੀ ਸਟ੍ਰੈਟਜੀ ਉਹਨਾਂ ਨੂੰ ਦੱਸ ਰਹੇ ਸਨ ਵੀ ਕਿਸ ਤਰ੍ਹਾਂ ਆਪਾਂ ਲੜਾਈ ਕਰਨੀ ਹੈ। when heavy casualties adversely affected, adversely ਹੁੰਦਾ ਉਲਟੀ ਦਿਸ਼ਾ ਵੱਲ, ਕਿ ਜਦੋਂ ਬਹੁਤ ਸਾਰੀਆਂ ਕੈਜੁਅਲਿਟੀਜ਼ ਹੋ ਗਈਆਂ, ਬਹੁਤ ਸਾਰੀਆਂ ਜਾਨਾਂ ਚਲੇ ਗਈਆਂ, ਬਹੁਤ ਸਾਰਾ ਇੰਡੀਅਨ ਫੌਜੀ ਟੁਕੜੀ ਦਾ ਨੁਕਸਾਨ ਹੋ ਗਿਆ, ਤਾਂ ਇਹ ਸਾਰੀਆਂ ਗੱਲਾਂ ਨੇ ਐਡਵਰਸਲੀ ਅਫੈਕਟ ਕੀਤਾ ਕਿਸ ਚੀਜ਼ ਤੇ, ਦਾ ਫਾਇਰਿੰਗ ਪਾਵਰ ਆਫ ਹਿਸ ਕੰਪਨੀ, ਕਿ ਉਹਨਾਂ ਦੀ ਜਿਹੜੀ ਕੰਪਨੀ ਦੀ ਫਾਇਰਿੰਗ ਪਾਵਰ ਸੀ ਉਹ ਵੀ ਘਟ ਗਈ। ਹੁਣ ਇੰਡੀਅਨ ਕੰਪਨੀ ਵੱਲੋਂ ਫਾਇਰ ਘੱਟ ਕੀਤੇ ਜਾ ਰਹੇ ਸਨ ਤੇ ਉਹਨਾਂ ਵੱਲੋਂ ਜ਼ਿਆਦਾ ਹੋ ਰਹੇ ਸਨ। ਮੇਜਰ ਸ਼ਰਮਾ ਵਿਥ ਹਿਸ ਰਾਈਟ ਹੈਂਡ ਇਨ ਪਲਾਸਟਰ, ਮੇਜਰ ਸੋਮਨਾਥ ਸ਼ਰਮਾ ਜਿਨ੍ਹਾਂ ਦਾ ਕਿ ਸੱਜਾ ਹੱਥ ਪਲਾਸਟਰ ਹੋਇਆ ਸੀ, took upon himself the task of filling the magazines। ਉਹਨਾਂ ਨੇ ਆਪਣੇ ਹੱਥ 'ਚ ਕਮਾਨ ਸੰਭਾਲੀ ਕਿ ਉਹ ਸੈਨਿਕਾਂ ਦੀਆਂ ਬੰਦੂਕਾਂ ਦੇ ਵਿੱਚ ਮੈਗਜ਼ੀਨਸ ਭਰ ਕੇ ਉਹਨਾਂ ਨੂੰ ਦੇਣਗੇ and issuing them to men, ਅਤੇ ਉਹ ਆਪਣੇ ਸੋਲਜਰਸ ਨੂੰ ਉਸ ਨੂੰ ਇਸ਼ੂ ਕਰ ਰਹੇ ਸਨ, ਭਾਵ ਦੇ ਰਹੇ ਸਨ। operating light machine guns, ਤੇ ਉਹ ਆਪ ਖੁਦ ਹਲਕੀਆਂ ਮਸ਼ੀਨ ਗਨਸ ਜਿਹੜੀਆਂ ਸੀ ਆਪਰੇਟ ਕਰ ਰਹੇ ਸਨ। while he was busy fighting the enemy, ਜਦੋਂ ਉਹ ਦੁਸ਼ਮਣ ਦੇ ਨਾਲ ਲੜਨ ਵਿੱਚ ਬਿਜ਼ੀ ਸਨ, a mortar shell exploded on the ammunition near him। ਤਾਂ ਇੱਕ ਤੋਪ ਦਾ ਗੋਲਾ ਉਹਨਾਂ ਦੇ ਨੇੜੇ ਪਏ ਹੋਏ ਬਾਰੂਦ ਦੇ ਢੇਰ ਦੇ ਕੋਲ ਜਾ ਕੇ ਫਟ ਗਿਆ। his last message to brigade headquarter before he was killed, ਉਹਨਾਂ ਨੇ ਮਰਨ ਤੋਂ ਪਹਿਲਾਂ ਬ੍ਰਿਗੇਡ ਹੈੱਡਕੁਆਟਰ ਨੂੰ ਆਪਣਾ ਆਖਰੀ ਸੰਦੇਸ਼ ਦਿੱਤਾ, the enemies are only 50 yards from us, ਕਿ ਦੁਸ਼ਮਣ ਸਾਡੇ ਤੋਂ ਸਿਰਫ 50 ਗਜ਼ ਦੀ ਦੂਰੀ ਤੇ ਹਨ। we are under devastating fire, ਅਸੀਂ ਬਹੁਤ ਹੀ ਭਿਆਨਕ ਗੋਲਾਬਾਰੀ ਦੇ ਅਧੀਨ ਹਾਂ, ਝੇਲ ਰਹੇ ਹਾਂ। I shall not withdraw an inch, ਮੈਂ 1 ਇੰਚ ਵੀ ਪਿੱਛੇ ਨਹੀਂ ਹਟਾਂਗਾ, but will fight to our last man and our last round, ਪਰ ਆਪਣੇ ਆਖਰੀ ਸੈਨਿਕ ਅਤੇ ਆਪਣੀ ਬੰਦੂਕ ਦੇ ਆਖਰੀ ਰਾਉਂਡ ਤੱਕ ਮੈਂ ਲੜਦਾ ਰਵਾਂਗਾ। by the time the relief company of 1st battalion Kumaon regiment reached Badgam, ਕਿ ਜਦ ਤੱਕ 1st battalion Kumaon regiment ਦੀ ਸਹਾਇਕ ਟੁਕੜੀ ਉੱਥੇ ਬਡਗਾਮ ਵਿਖੇ ਪਹੁੰਚੀ, ਤਦ ਤੱਕ the position had been overrun, ਤਾਂ ਉਸ ਜਗ੍ਹਾ ਦੀ ਜਿਹੜੀ ਸਥਿਤੀ ਸੀ ਓਵਰਨ ਹੋ ਚੁੱਕੀ ਸੀ, ਭਾਵ ਦੁਸ਼ਮਣਾਂ ਦਾ ਉੱਥੇ ਕਬਜ਼ਾ ਹੋ ਚੁੱਕਾ ਸੀ। however the 200 casualties suffered by the enemy made them lose their impetus to advance। ਹਾਲਾਂਕਿ ਉਸ ਜਗ੍ਹਾ ਤੇ ਜੋ 200 ਸੈਨਿਕ ਦੁਸ਼ਮਣ ਦੇ ਮਾਰੇ ਗਏ ਸਨ, ਇਸ ਵੱਡੇ ਘਾਟੇ ਨੇ ਉਹਨਾਂ ਦੀ ਅੱਗੇ ਵਧਣ ਦੀ ਜਿਹੜੀ ਸ਼ਕਤੀ ਸੀ, ਉਤਸ਼ਾਹ ਸੀ, ਉਸ ਨੂੰ ਤਰਾਸ਼ਾਈ ਕਰ ਦਿੱਤਾ ਸੀ। the Indian troops in the meantime, ਤਾਂ ਇਸ ਸਮੇਂ ਦੇ ਦੌਰਾਨ ਭਾਰਤੀ ਫੌਜਾਂ ਦੀ ਟੁਕੜੀ flew into ਸ਼੍ਰੀਨਗਰ 에ਅਰਫੀਲਡ, ਹਵਾਈ ਜਹਾਜ਼ ਦੇ ਨਾਲ ਉੱਥੇ ਸ਼੍ਰੀਨਗਰ ਪਹੁੰਚ ਗਈ and blocked all routes to ਸ਼੍ਰੀਨਗਰ, ਤਾਂ ਉਹਨਾਂ ਨੇ ਸ਼੍ਰੀਨਗਰ ਜਾਣ ਵਾਲੇ ਸਾਰੇ ਰੂਟ ਜਿਹੜੇ ਸੀ ਬਲੌਕ ਕਰ ਦਿੱਤੇ। in this manner ਸੋਮਨਾਥ ਸ਼ਰਮਾ prevented the fall of ਸ਼੍ਰੀਨਗਰ, ਇਸ ਤਰ੍ਹਾਂ ਸੋਮਨਾਥ ਸ਼ਰਮਾ ਨੇ ਸ਼੍ਰੀਨਗਰ ਦੀ ਹਾਰ ਨੂੰ ਬਚਾਇਆ। ਆਓ ਹੁਣ ਆਪਾਂ ਨੈਕਸਟ ਸੋਲਜਰ ਜਿਨ੍ਹਾਂ ਨੂੰ PVC ਮਿਲਿਆ, ਪਰਮਵੀਰ ਚੱਕਰ ਮਿਲਿਆ, ਉਹਨਾਂ ਬਾਰੇ ਗੱਲ ਕਰਦੇ ਹਨ। ਉਹ ਸਨ ਲੈਫਟੀਨੈਂਟ ਕਰਨਲ ਧਾਨ ਸਿੰਘ ਥਾਪਾ। PVC means ਪਰਮਵੀਰ ਚੱਕਰ was an Indian Army major
ਇਹ ਵੀ ਇੰਡੀਅਨ ਆਰਮੀ ਮੇਜਰ ਸਨ ਇਨ 1st ਬਟਾਲੀਅਨ, ਪਹਿਲੀ ਬਟਾਲੀਅਨ ਦੇ ਵਿੱਚ 8th ਗੋਰਖਾ ਰਾਈਫਲਸ ਰੈਜੀਮੈਂਟ। ਸੋ ਰੈਜੀਮੈਂਟ ਵੱਡੀ ਹੁੰਦੀ ਹੈ, ਬਟਾਲੀਅਨ ਯਾਨੀ ਫੌਜ ਦੀ ਟੁਕੜੀ। ਸੋ 3-4 ਬਟਾਲੀਅਨ ਨੂੰ ਮਿਲ ਕੇ ਇੱਕ ਰੈਜੀਮੈਂਟ ਬਣਦੀ ਹੈ। ਸੋ ਇਹ 8th ਗੋਰਖਾ ਰਾਈਫਲਸ ਰੈਜੀਮੈਂਟ ਦੀ 1st ਬਟਾਲੀਅਨ ਦੀ ਆਰਮੀ ਵਿੱਚ ਮੇਜਰ ਸਨ। ਹੀ ਵਾਜ਼ ਕਮਿਸ਼ਨਡ ਔਨ 28th August 1949। ਇਹਨਾਂ ਨੂੰ ਜੋ ਰੈਂਕ ਮਿਲਿਆ ਜਾਂ ਫੌਜ ਵਿੱਚ ਭਰਤੀ ਹੋਈ ਉਹ ਹੋਈ 28 ਅਗਸਤ 1949 ਈਸਵੀ ਵਿੱਚ at 6 ਵਜੇ on 20th October 1962। ਸਵੇਰੇ 6 ਵਜੇ 20 ਅਕਤੂਬਰ 1962 ਨੂੰ the Chinese opened a barrage of artillery and mortar fire over Sirijap 1। ਚਾਈਨਾ ਨੇ ਸਿਰੀਜਾਪ 1 ਦੇ ਉੱਤੇ ਆਪਣੀ ਬੰਦੂਕਾਂ ਅਤੇ ਤੋਪਾਂ ਦੇ ਗੋਲਿਆਂ ਦੀ ਬੌਛਾਰ ਕਰ ਦਿੱਤੀ, ਬੈਰਾਜ ਕਰ ਦਿੱਤੀ। ਪੋਸਟ ਨੀਅਰ ਦਾ ਚੁਸ਼ੁਲ 에ਅਰਪੋਰਟ ਇਨ ਲੱਦਾਖ, ਜੋ ਪੋਸਟ ਸੀ ਚੁਸ਼ੁਲ 에ਅਰਪੋਰਟ ਲੱਦਾਖ ਦੇ ਨਾਲ। The shelling continued till 8:30। ਤਾਂ ਇਹ ਅੱਗ ਦੇ ਗੋਲੇ 8:30 ਵਜੇ ਤੱਕ ਚੱਲਦੇ ਰਹੇ ਐਂਡ ਦਾ ਹੋਲ ਏਰੀਆ ਵਾਸ ਸੈਟ ਅਬਲੇਜ਼, ਅਤੇ ਉਹ ਸਾਰਾ ਏਰੀਆ ਅੱਗ ਦੇ ਹਵਾਲੇ ਹੋ ਗਿਆ। ਸਮ ਸ਼ੈਲਸ ਫੈਲ ਔਨ ਦਾ ਕਮਾਂਡ ਪੋਸਟ, ਕੁਝ ਤੋਪ ਦੇ ਗੋਲੇ ਕਮਾਂਡ ਪੋਸਟ ਦੇ ਉੱਤੇ ਗਿਰੇ ਐਂਡ ਡੈਮੇਜਡ ਦਾ ਵਾਇਰਲੈਸ ਸੈਟ, ਅਤੇ ਉਹਨਾਂ ਨੇ ਵਾਇਰਲੈਸ ਸੈਟ ਨੂੰ ਡੈਮੇਜ ਕਰ ਦਿੱਤਾ, ਨੁਕਸਾਨ ਪਹੁੰਚਾਤਾ, ਭਾਵ ਉਹਦਾ ਕੰਮ ਕਰਨਾ ਬੰਦ ਹੋ ਗਿਆ। ਦਿਸ ਪੁੱਟ ਦਾ ਪੋਸਟ ਆਊਟ ਆਫ ਕਮਿਊਨੀਕੇਸ਼ਨ। ਇਸ ਘਟਨਾ ਨੇ ਉਹਨਾਂ ਦੀ ਪੋਸਟ ਨੂੰ ਕਮਿਊਨੀਕੇਸ਼ਨ ਭਾਵ ਹੈੱਡ ਆਫਿਸ ਤੋਂ ਤੋੜ ਦਿੱਤਾ। ਦ ਚਾਈਨੀਜ਼ ਦੈਨ ਅਟੈਕਡ ਇਨ ਓਵਰਵੈਲਮਿੰਗ ਨੰਬਰਸ। ਫਿਰ ਚੀਨ ਦੀਆਂ ਫੌਜਾਂ ਨੇ ਬਹੁਤ ਭਾਰੀ ਮਾਤਰਾ ਦੇ ਵਿੱਚ ਅਟੈਕ ਕੀਤਾ। ਮੇਜਰ ਥਾਪਾ ਐਂਡ ਹਿਜ਼ ਮੈਨ ਰਿਪਲਸਡ ਦਾ ਅਟੈਕ। ਮੇਜਰ ਥਾਪਾ ਤੇ ਉਹਨਾਂ ਦੇ ਸੈਨਿਕਾਂ ਨੇ ਇਸ ਅਟੈਕ ਨੂੰ ਖਦੇੜਿਆ, ਭਾਵ ਉਹਨਾਂ ਨੂੰ ਵਾਪਸ ਪਿੱਛੇ ਧਕੇਲਿਆ। ਇਨਫਲਿਕਟਿੰਗ ਹੈਵੀ ਕੈਜ਼ੁਅਲਿਟੀਜ਼ ਔਨ ਦਾ ਐਨਮੀ, ਅਤੇ ਦੁਸ਼ਮਣ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਇਆ। ਦਾ ਚਾਈਨੀਜ਼ ਮਾਊਂਟਡ ਅਨਦਰ ਅਟੈਕ in greater numbers after shelling the area with artillery and mortar fire। ਤਾਂ ਚੀਨ ਨੇ ਹੋਰ ਜ਼ਿਆਦਾ ਬੰਦੂਕਾਂ ਅਤੇ ਤੋਪਾਂ ਨਾਲ ਗੋਲਾਬਾਰੀ ਕਰਨ ਤੋਂ ਬਾਅਦ ਹੋਰ ਵੱਧ ਮਾਤਰਾ ਦੇ ਵਿੱਚ ਅਟੈਕ ਕੀਤਾ। ਮੇਜਰ ਥਾਪਾ once again repulsed the attack। ਮੇਜਰ ਥਾਪਾ ਨੇ ਇੱਕ ਵਾਰ ਫੇਰ ਇਸ ਅਟੈਕ ਨੂੰ ਪਿੱਛੇ ਨੂੰ ਖਦੇੜਿਆ, ਇਨਫਲਿਕਟਿੰਗ ਹੈਵੀ ਲਾਸਿਸ ਔਨ ਦਾ ਚਾਈਨੀਜ਼, ਤੇ ਫਿਰ ਚੀਨੀ ਸੈਨਾ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ। ਅ ਸ਼ੋਰਟ ਵਾਈਲ ਲੇਟਰ, ਕੁਝ ਦੇਰ ਬਾਅਦ A third Chinese attack included tanks in support of the infantry। ਇੱਕ ਤੀਜਾ ਚੀਨੀ ਹਮਲਾ ਜਿਹਦੇ ਵਿੱਚ ਕਈ ਸਾਰੇ ਟੈਂਕ ਆਪਣੀ ਚੀਨੀ ਸੈਨਾ ਦੇ ਸਪੋਰਟ ਲਈ ਆ ਗਏ ਸਨ। The defenders were weakened by the casualties suffered in earlier attacks। ਹੁਣ ਇਹ ਭਾਰਤ ਦੇਸ਼ ਦੇ ਰਖਵਾਲੇ ਕਮਜ਼ੋਰ ਪੈ ਗਏ ਸਨ ਕਿਉਂਕਿ ਇਹਨਾਂ ਨੇ ਪਹਿਲੇ 2 ਅਟੈਕਸ ਤੋਂ ਨਜਿੱਠਿਆ ਸੀ, but held out while the ammunition lasted। ਪਰ ਉਹ ਉੱਥੇ ਟਿਕੇ ਰਹੇ ਜਦ ਤੱਕ ਕਿ ਉਹਨਾਂ ਦਾ ਅਸਲਾ ਖਤਮ ਨਹੀਂ ਹੋਇਆ। When the Chinese finally overran the post, ਜਦੋਂ ਕਿ ਅਖੀਰ ਚੀਨੀਆਂ ਨੇ ਉਸ ਪੋਸਟ ਤੇ ਕਬਜ਼ਾ ਕਰ ਲਿਆ, ਮੇਜਰ ਥਾਪਾ jumped out of his trench। ਤਾਂ ਮੇਜਰ ਥਾਪਾ ਆਪਣੇ ਟ੍ਰੈਂਚ ਦੇ ਵਿੱਚੋਂ ਬਾਹਰ ਆਏ। ਟ੍ਰੈਂਚ ਹੁੰਦਾ ਜੋ ਮੈਦਾਨ ਦੇ ਵਿੱਚ ਲੜਨ ਲਈ ਸੋਲਜਰਸ ਖਾਈ ਪੁੱਟ ਲੈਂਦੇ ਹਨ। ਤਾਂ ਉਹ ਟ੍ਰੈਂਚ ਵਿੱਚੋਂ ਬਾਹਰ ਆਏ ਐਂਡ ਕਿਲਡ ਮੈਨੀ ਇੰਟਰੂਡਰਸ। ਇੰਟਰੂਡਰਸ ਘੁਸਪੈਠੀਏ। ਤਾਂ ਉਸ ਟ੍ਰੈਂਚ ਵਿੱਚੋਂ ਬਾਹਰ ਆ ਕੇ ਉਹਨਾਂ ਨੇ ਕਈ ਘੁਸਪੈਠੀਆਂ ਨੂੰ ਮਾਰ ਗਿਰਾਇਆ। ਇਨ ਹੈਂਡ ਟੂ ਹੈਂਡ ਫਾਈਟਿੰਗ, ਹੱਥੋਂ ਹੱਥੀ ਲੜਾਈ ਦੇ ਵਿੱਚ। ਹੀ ਵਾਜ਼ ਇਵੈਂਚੁਅਲੀ ਓਵਰਪਾਵਰਡ ਐਂਡ ਕੈਪਚਰਡ। ਹੌਲੀ ਹੌਲੀ ਉਹਨਾਂ ਤੇ ਹਮਲਾ ਤੇਜ਼ ਹੋਇਆ, ਉਹਨਾਂ ਦੀ એનર્ਜੀ ਘਟੀ, ਉਹਨਾਂ ਨੂੰ ਕਾਬੂ ਕਰ ਲਿਆ ਗਿਆ। Major Thapa, who was awarded the Paramveer Chakra, was believed to have been killed in this engagement। ਮੇਜਰ ਥਾਪਾ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ, ਉਹਨਾਂ ਲਈ ਮੰਨਿਆ ਗਿਆ ਕਿ ਉਹ ਇਸ ਲੜਾਈ ਦੇ ਵਿੱਚ ਮਾਰੇ ਗਏ ਹਨ। ਬਟ ਹੀ ਵਾਸ ਲੇਟਰ ਡਿਸਕਵਰਡ ਟੂ ਹੈਵ ਬੀਨ ਟੇਕਨ ਪ੍ਰਿਜ਼ਨਰ। ਪਰ ਬਾਅਦ ਵਿੱਚ ਇਹ ਪਾਇਆ ਗਿਆ ਕਿ ਉਹਨਾਂ ਨੂੰ ਉੱਥੇ ਬੰਦੀ ਬਣਾਇਆ ਗਿਆ ਸੀ। ਆਫਟਰ ਹਿਸ ਰਿਲੀਜ਼ ਫਰੋਮ ਦਾ POW ਕੈਂਪ, ਪ੍ਰਿਜ਼ਨ ਆਫ ਵਾਰ ਦੇ ਕੈਂਪ ਦੇ ਵਿੱਚੋਂ ਉਹਨਾਂ ਨੂੰ ਛੱਡਣ ਤੋਂ ਬਾਅਦ ਹੀ ਰਿਜ਼ਿਊਮਡ ਹਿਸ ਮਿਲਟਰੀ ਕਰੀਅਰ। ਉਹਨਾਂ ਨੇ ਆਪਣੇ ਮਿਲਟਰੀ ਕਰੀਅਰ ਦੀ ਸ਼ੁਰੂਆਤ ਦੁਬਾਰਾ ਕੀਤੀ। He retired as a lieutenant colonel। ਉਹ ਲੈਫਟੀਨੈਂਟ ਕਰਨਲ ਵਜੋਂ ਰਿਟਾਇਰ ਹੋਏ ਐਂਡ ਡਾਈਡ ਇਨ ਸੈਪਟੈਂਬਰ 2005। ਅਤੇ 2005 ਸਤੰਬਰ ਨੂੰ ਉਹਨਾਂ ਦੀ ਮ੍ਰਿਤਿੂ ਹੋਈ। ਮੇਜਰ ਥਾਪਾਜ਼ ਕੂਲ ਕਰੇਜ, ਮੇਜਰ ਥਾਪਾ ਦਾ ਠੰਡਾ ਸਾਹਸ, ਕਨਸਪੀਕੂਅਸ ਫਾਈਟਿੰਗ ਕੁਆਲਿਟੀਜ਼, ਉਹਨਾਂ ਦੇ ਸਪਸ਼ਟ ਲੜਨ ਦੇ ਗੁਣ ਐਂਡ ਲੀਡਰਸ਼ਿਪ ਵਰ ਇਨ ਦਾ ਹਾਈਐਸਟ ਟ੍ਰੈਡੀਸ਼ਨਸ ਆਫ ਆਰ ਆਰਮੀ। ਅਤੇ ਆਪਣੀ ਫੌਜ ਨੂੰ ਅਗਵਾਈ ਦੇਣ ਵਰਗੇ ਗੁਣ ਇਹ ਸਾਡੀ ਸੈਨਾ ਦੀਆਂ ਉੱਚ ਪਰੰਪਰਾਵਾਂ ਹਨ। ਨੈਕਸਟ ਹਨ ਹਵਲਦਾਰ ਅਬਦੁਲ ਹਾਮਿਦ।
ਇਹ ਲੈਸਨ ਪਹਿਲਾਂ 8th ਕਲਾਸ ਵਿੱਚ ਵੀ ਸੀ, ਪਰ ਜਦੋਂ ਉਹਨਾਂ ਦੀ ਬੁੱਕ ਚੇਂਜ ਹੋਈ ਤਾਂ ਉਸ ਦੇ ਨਾਲ ਇਹ ਲੈਸਨ ਵੀ ਚਲਾ ਗਿਆ। ਸੋ ਅੱਛੀ ਗੱਲ ਹੈ ਕਿ +1 ਦੀ ਬੁੱਕ ਦੇ ਵਿੱਚ ਇਹਨਾਂ ਨੂੰ ਜਗ੍ਹਾ ਦਿੱਤੀ ਗਈ। ਹਵਲਦਾਰ ਅਬਦੁਲ ਹਾਮਿਦ ਵਾਜ਼ ਅ ਸੋਲਜਰ ਇਨ ਦ 4th ਬਟਾਲੀਅਨ ਦ ਗ੍ਰੇਨੇਡੀਅਰਸ ਆਫ ਦ ਇੰਡੀਅਨ ਆਰਮੀ। ਹਵਲਦਾਰ ਅਬਦੁਲ ਹਾਮਿਦ ਜੋ ਕਿ ਇੰਡੀਅਨ ਆਰਮੀ ਦੇ ਗ੍ਰੇਨੇਡੀਅਰਸ ਦੀ 4th ਬਟਾਲੀਅਨ ਦੇ ਸੋਲਜਰ ਸਨ, ਹੂ ਡਾਈਡ ਇਨ ਦ ਖੇਮਕਰਨ ਸੈਕਟਰ during the Indo-Pak War of 1965, ਜਿਨ੍ਹਾਂ ਦੀ ਸ਼ਹੀਦੀ 1965 ਈਸਵੀ ਵਿੱਚ ਖੇਮਕਰਨ ਸੈਕਟਰ ਵਿੱਚ ਇੰਡੋ ਪਾਕ ਯੁੱਧ ਦੇ ਦੌਰਾਨ ਹੋਈ। He was the posthumous recipient of the Republic of India's highest military decoration, the Paramveer Chakra। ਉਹਨਾਂ ਨੂੰ ਵੀ ਮਰਨ ਉਪਰੰਤ ਭਾਰਤੀ ਗਣਰਾਜ ਦੇ ਸਭ ਤੋਂ ਉੱਚਤਮ ਸੈਨਿਕ ਅਵਾਰਡ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਅਬਦੁਲ ਹਾਮਿਦ was born in a poor ਦਰਜੀ family। ਅਬਦੁਲ ਹਾਮਿਦ ਦਾ ਜਨਮ ਇੱਕ ਗਰੀਬ ਦਰਜੀ ਪਰਿਵਾਰ ਵਿੱਚ ਹੋਇਆ at ਤਾਮੂਪੁਰ ਵਿਲੇਜ of ਗਾਜ਼ੀਪੁਰ ਡਿਸਟ੍ਰਿਕਟ of ਉੱਤਰ ਪ੍ਰਦੇਸ਼ on July 1, 1933। 1 ਜੁਲਾਈ 1933 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਡਿਸਟ੍ਰਿਕਟ ਦੇ ਤਾਮੂਪੁਰ ਪਿੰਡ ਵਿੱਚ। ਅਬਦੁਲ ਹਾਮਿਦ was enrolled into the Grenadiers Infantry Regiment in 1954। 1954 ਈਸਵੀ ਦੇ ਵਿੱਚ ਅਬਦੁਲ ਹਾਮਿਦ ਦੀ ਭਰਤੀ ਗ੍ਰੇਨੇਡੀਅਰ ਫੌਜੀ ਟੁਕੜੀ ਵਿੱਚ ਹੋਈ। ਡਿਊਰਿੰਗ the Sino-Indian War of 1962, 1962 ਦੀ Sino-Indian War ਦੇ ਵਿੱਚ Hamid's battalion was part of 7th Infantry Brigade commanded by Brigadier John Dalvi। Hamid ਦੀ ਫੌਜ ਦੀ ਟੁਕੜੀ Brigadier John Dalvi ਦੀ 7th Infantry Brigade ਦਾ ਹਿੱਸਾ ਸੀ। It participated in the Battle of Namka Chu against the Chinese। ਇਹਨਾਂ ਨੇ ਚੀਨੀਆਂ ਦੇ ਖਿਲਾਫ ਨਮਕਾ ਚੂ ਦੀ ਲੜਾਈ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ। In 1965 Indo-Pak War, Abdul Hamid was posted in the Khemkaran Pikhivind sector in Punjab। 1965 ਦੀ Indo-Pak War ਦੇ ਦੌਰਾਨ ਅਬਦੁਲ ਹਾਮਿਦ ਦੀ ਡਿਊਟੀ ਖੇਮਕਰਨ ਪਿੱਖੀਵੰਡ ਸੈਕਟਰ ਪੰਜਾਬ ਵਿੱਚ ਲਗਾ ਦਿੱਤੀ ਗਈ। ਸਕਸੈਸਫੁਲ ਐਕਸ਼ਨਸ ਬਾਈ ਇੰਡੀਅਨ ਆਰਮਰੀ ਆਰਟਿਲਰੀ ਐਂਡ ਇਨਫੈਂਟਰੀ ਐਂਟੀ ਟੈਂਕ ਐਕਸ਼ਨਸ। ਇੰਡੀਅਨ ਫੌਜ ਦੀ ਪੈਦਲ ਟੁਕੜੀ ਨੇ ਜੋ ਇੰਡੀਅਨ ਗੋਲਾਬਾਰੀ ਦੀ ਮਦਦ ਦੇ ਨਾਲ ਐਂਟੀ ਟੈਂਕ ਐਕਸ਼ਨਸ ਕੀਤੇ ਸੀ ਜੋ ਕਿ ਕਾਫੀ ਸਕਸੈਸਫੁਲ ਰਹੇ ਸਨ, ਜਿੱਦਾਂ ਕਿ ਅਬਦੁਲ ਹਾਮਿਦ ਨੇ ਵੀ ਕੀਤੇ ਸੀ। ਟਾਰਨਿਸ਼ਡ ਦਾ ਰੈਪੂਟੇਸ਼ਨ ਆਫ ਦਾ M48 ਪੈਟਨ ਟੈਂਕਸ ਕਿ ਜੋ M48 ਪੈਟਨ ਟੈਂਕਸ ਜੋ ਉਸ ਵੇਲੇ ਪਾਕਿਸਤਾਨ ਨੂੰ ਅਮਰੀਕਾ ਨੇ ਦਿੱਤੇ ਸਨ, ਉਹ ਕਾਫੀ ਜ਼ਿਆਦਾ ਮਸ਼ਹੂਰ ਸਨ, ਪਾਵਰਫੁਲ ਸਨ, ਡੇਂਜਰਸ ਸਨ ਇੰਡੀਆ ਵਾਸਤੇ। ਤੇ ਕਿਸ ਤਰ੍ਹਾਂ ਅਬਦੁਲ ਹਾਮਿਦ ਨੇ ਸਕਸੈਸਫੁਲ ਐਕਸ਼ਨਸ ਲਏ ਸੀ, ਉਹਨਾਂ ਪੈਟਨ ਟੈਂਕਸ ਨੂੰ ਕਿਸ ਤਰ੍ਹਾਂ ਉਹਨਾਂ ਨੇ ਮਿੱਟੀ 'ਚ ਮਿਲਾਇਆ ਸੀ, ਕਿੱਦਾਂ ਉਹਨਾਂ ਦੀ ਜੋ ਰੈਪੂਟੇਸ਼ਨ ਸੀ ਟਾਰਨਿਸ਼ਡ ਕਰ ਦਿੱਤੀ ਸੀ, ਭਾਵ ਉਹਨਾਂ ਦੀ ਰੈਪੂਟੇਸ਼ਨ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ। ਉਸੇ ਗੱਲ ਦਾ ਜ਼ਿਕਰ ਇਸ ਅੰਸ਼ ਵਿੱਚ ਕੀਤਾ ਹੋਇਆ ਹੈ। At 0800 hours means ਸਵੇਰ ਦੇ 8 ਵਜੇ on 10th September 1965 ਇਸ ਤਰੀਕ ਨੂੰ ਪਾਕਿਸਤਾਨ ਫੋਰਸਿਸ launched an attack। ਪਾਕਿਸਤਾਨ ਦੀਆਂ ਫੌਜਾਂ ਨੇ ਇੱਕ ਅਟੈਕ ਲਾਂਚ ਕਰ ਦਿੱਤਾ with a regiment of Patton tanks। ਪੈਟਨ ਟੈਂਕਸ ਦੀ ਰੈਜੀਮੈਂਟ ਦੇ ਨਾਲ ਉਹਨਾਂ ਵਾਈਟਲ ਏਰੀਆ ਇੱਕ ਬਹੁਤ ਹੀ ਇੰਪੋਰਟੈਂਟ ਏਰੀਆ ਵਿੱਚ ਅਹੈਡ ਆਫ ਵਿਲੇਜ ਚੀਮਾ ਜੋ ਕਿ ਚੀਮਾ ਵਿਲੇਜ ਦੇ ਸਾਹਮਣੇ ਸੀ ਔਨ ਦਾ ਪਿੱਖੀਵਿੰਡ ਰੋਡ ਇਨ ਦਾ ਖੇਮਕਰਨ ਸੈਕਟਰ। ਪਿੱਖੀਵਿੰਡ ਰੋਡ ਤੇ ਖੇਮਕਰਨ ਖੇਤਰ ਦੇ ਵਿੱਚ ਇੰਟੈਂਸ ਆਰਟਿਲਰੀ ਸ਼ੈਲਿੰਗ ਪ੍ਰੋਸੀਡਡ ਦਾ ਅਟੈਕ। ਉਹਨਾਂ ਨੇ ਆਪਣਾ ਜਿਹੜਾ ਅਟੈਕ ਸੀ ਬਹੁਤ ਹੀ ਜ਼ਿਆਦਾ ਭਾਰੀ ਬੰਬਾਰੀ ਦੇ ਨਾਲ ਗੋਲੀਬਾਰੀ ਦੇ ਨਾਲ ਸ਼ੁਰੂ ਕੀਤਾ। The enemy tanks penetrated the forward position by 9 hours। ਸਵੇਰੇ 9 ਵਜੇ ਤੱਕ ਐਨਮੀ ਦੇ ਟੈਂਕਾਂ ਨੇ ਕਾਫੀ ਅੱਗੇ ਵੱਧ ਕੇ ਜਗ੍ਹਾ ਤੇ ਕਬਜ਼ਾ ਕਰ ਲਿਆ ਸੀ। ਰਿਲੀਜ਼ਿੰਗ ਦਾ ਗ੍ਰੇਵ ਸਿਚੁਏਸ਼ਨ। ਤਾਂ ਇਸ ਨਾਜ਼ੁਕ ਹਾਲਾਤ ਨੂੰ ਮਹਿਸੂਸ ਕਰਦੇ ਹੋਏ ਹਵਲਦਾਰ ਅਬਦੁਲ ਹਾਮਿਦ ਜੋ ਕਿ ਕੰਪਨੀ ਕੁਆਟਰ ਮਾਸਟਰ ਸਨ ਅਤੇ ਨਾਲ ਹੀ ਉਹ RCL ਗਨ ਡਿਟੈਚਮੈਂਟ ਦੇ ਕਮਾਂਡਰ ਵੀ ਸਨ, ਮੂਵਡ ਆਊਟ। ਉਹ ਬਾਹਰ ਨਿਕਲੇ, ਅੱਗੇ ਆਏ ਟੂ ਅ ਫਲੈਂਕਿੰਗ ਪੋਜੀਸ਼ਨ ਵਿਦ ਹਿਜ਼ ਗਨ ਮਾਊਂਟਡ ਔਨ ਅ ਜੀਪ। ਤਾਂ ਉਹਨਾਂ ਨੇ ਅੱਗੇ ਵੱਧ ਕੇ ਜ਼ਿੰਮੇਵਾਰੀ ਲੈਂਦੇ ਹੋਏ ਆਪਣੀ ਗਨ ਨੂੰ, ਆਪਣੀ ਵੱਡੀ ਬੰਦੂਕ ਨੂੰ ਮਾਊਂਟ ਕੀਤਾ, ਲਗਾਈ ਅੰਡਰ ਇੰਟੈਂਸ ਐਨਮੀ ਸ਼ੈਲਿੰਗ ਐਂਡ ਟੈਂਕ ਫਾਇਰ। ਤੇ ਇਹ ਕੰਮ ਉਹਨਾਂ ਨੇ ਪੈਟਨ ਟੈਂਕਾਂ ਵੱਲੋਂ ਦਾਗੀ ਜਾ ਰਹੀ ਗੋਲਾਬਾਰੀ ਦੇ ਅੰਡਰ ਕੀਤਾ। ਟੇਕਿੰਗ ਐਨ ਐਡਵਾਂਟੇਜ ਇਸ ਪੋਜੀਸ਼ਨ, ਜਦੋਂ ਵੀ ਉਹਨਾਂ ਨੂੰ ਵਧੀਆ ਜਗ੍ਹਾ ਮਿਲਦੀ, ਹੀ ਨੋਕਡ ਆਊਟ ਦਾ ਲੀਡਿੰਗ ਐਨਮੀ ਟੈਂਕ। ਤਾਂ ਉਹ ਅੱਗੇ ਵੱਧ ਰਹੇ ਦੁਸ਼ਮਣ ਦੇ ਟੈਂਕ ਨੂੰ ਨਸ਼ਟ ਕਰ ਦਿੰਦੇ ਐਂਡ ਦੈਨ ਸਵਿਫਟਲੀ ਚੇਂਜਿੰਗ ਹਿਸ ਪੋਜੀਸ਼ਨ। ਤੇ ਬਹੁਤ ਤੇਜ਼ੀ ਦੇ ਨਾਲ ਉਹ ਆਪਣੀ ਜਗ੍ਹਾ ਨੂੰ ਤਬਦੀਲ ਕਰ ਲੈਂਦੇ। ਹੀ ਸੈਂਟ ਅਨਦਰ ਟੈਂਕ ਅਪ ਇਨ ਫਲੇਮਸ। ਉਹਨਾਂ ਨੇ ਇੱਕ ਹੋਰ ਟੈਂਕ ਨੂੰ ਅੱਗ ਦੀਆਂ ਲਪਟਾਂ ਨੂੰ ਸੌਂਪ ਦਿੱਤਾ
By this time the enemy tanks in the area spotted him. ਇਸ ਸਮੇਂ ਤੱਕ ਦੁਸ਼ਮਣ ਨੇ ਉਹਨਾਂ ਨੂੰ ਲੱਭ ਲਿਆ ਸੀ and brought his jeep under concentrated machine gun ਤੇ ਉਹਨਾਂ ਨੇ ਅਬਦੁਲ ਹਾਮਿਦ ਦੀ ਜੀਪ ਨੂੰ ਆਪਣੀ ਮਸ਼ੀਨ ਗਨ ਦੀ ਦਾਇਰੇ ਵਿੱਚ ਲੈ ਆਂਦਾ ਐਂਡ ਹਾਈ ਐਕਸਪਲੋਸਿਵ ਫਾਇਰ ਤੇ ਬਹੁਤ ਹੀ ਜ਼ਿਆਦਾ ਧਮਾਕੇਦਾਰ ਫਾਇਰਿੰਗ ਉਹਨਾਂ ਨੇ ਸ਼ੁਰੂ ਕਰ ਦਿੱਤੀ। ਅਨਡਟਰਡ ਹਵਲਦਾਰ ਅਬਦੁਲ ਹਾਮਿਦ ਕੈਪਟ ਔਨ ਫਾਇਰਿੰਗ, ਨਾ ਝੁਕਣ ਵਾਲਾ ਨਾ ਪਿੱਛੇ ਹਟਣ ਵਾਲਾ ਹਵਲਦਾਰ ਅਬਦੁਲ ਹਾਮਿਦ ਉਹਨਾਂ ਨੇ ਫਾਇਰਿੰਗ ਜਾਰੀ ਰੱਖੀ ਔਨ ਜੈਟ ਅਨਦਰ ਐਨਮੀ ਟੈਂਕ ਵਿਦ ਹਿਸ ਰਿਕੋਇਲਲੈਸ ਗਨ। ਉਹਨਾਂ ਨੇ ਆਪਣੀ ਰਿਕੋਇਲਲੈਸ ਗਨ ਦੇ ਨਾਲ ਦੁਸ਼ਮਣ ਦੇ ਇੱਕ ਹੋਰ ਟੈਂਕ ਨੂੰ ਅੱਗ ਦੀਆਂ ਲਪਟਾਂ ਦੇ ਹਵਾਲੇ ਕਰ ਦਿੱਤਾ। While doing so, he was mortally wounded by an enemy high explosive shell। ਅਜਿਹਾ ਕਰਦੇ ਹੋਏ ਉਹ ਦੁਸ਼ਮਣ ਦੁਆਰਾ ਦਾਗੇ ਗਏ ਇੱਕ ਧਮਾਕਾ ਖੇਜ਼ ਤੋਪ ਦੇ ਗੋਲੇ ਕਰਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਵਲਦਾਰ ਅਬਦੁਲ ਹਾਮਿਦ brave action inspired his comrades। ਹਵਲਦਾਰ ਅਬਦੁਲ ਹਾਮਿਦ ਦੇ ਇਸ ਸਾਹਸ ਨਾਲ ਭਰੇ ਹੋਏ ਕੰਮ ਨੂੰ ਦੇਖ ਕੇ ਉਹਨਾਂ ਦੇ ਬਾਕੀ ਸਾਥੀ ਬਹੁਤ ਪ੍ਰੇਰਿਤ ਹੋਏ to put up a gallant fight ਤੇ ਉਹਨਾਂ ਨੇ ਇੱਕ ਬਹੁਤ ਬਹਾਦਰੀ ਵਾਲੀ ਲੜਾਈ ਲੜੀ ਐਂਡ ਟੂ ਬੀਟ ਬੈਕ ਦਾ ਹੈਵੀ ਟੈਂਕ ਅਸੌਲਟ ਬਾਏ ਦਾ ਐਨਮੀ ਤੇ ਉਹਨਾਂ ਨੇ ਦੁਸ਼ਮਣ ਦੁਆਰਾ ਲਿਆਂਦੇ ਗਏ ਬਹੁਤ ਭਾਰੀ ਮਾਤਰਾ ਵਿੱਚ ਟੈਂਕਾਂ ਦੇ ਗੋਲਾ ਬਾਰੂਦ ਨੂੰ ਪਿੱਛੇ ਧਕੇਲ ਦਿੱਤਾ। ਹਿਸ ਕੰਪਲੀਟ ਡਿਸਰਿਗਾਰਡ ਫॉर ਹਿਸ ਪਰਸਨਲ ਸੇਫਟੀ ਡਿਊਰਿੰਗ ਦਾ ਆਪਰੇਸ਼ਨ। ਇਸ ਆਪਰੇਸ਼ਨ ਦੇ ਦੌਰਾਨ ਆਪਣੀ ਸਵੈ ਸੁਰੱਖਿਆ ਨੂੰ ਉਹਨਾਂ ਨੇ ਬਿਲਕੁਲ ਵੀ ਧਿਆਨ ਵਿੱਚ ਨਹੀਂ ਰੱਖਿਆ and his sustained acts of bravery in the face of constant enemy fire ਅਤੇ ਉਹਨਾਂ ਦੇ ਲਗਾਤਾਰ ਬਹਾਦਰੀ ਭਰੇ ਕੰਮ ਜਦੋਂ ਕਿ ਲਗਾਤਾਰ ਦੁਸ਼ਮਣ ਗੋਲੇ ਦਾਗ ਰਿਹਾ ਸੀ were a shining example not only to his unit। ਇਹ ਇੱਕ ਬਹੁਤ ਚਮਕਦਾਰ ਐਗਜ਼ਾਮਪਲ ਸੀ, ਬਹੁਤ ਵਧੀਆ ਐਗਜ਼ਾਮਪਲ ਸੀ ਨਾ ਹੀ ਸਿਰਫ ਉਹਨਾਂ ਦੀ ਫੌਜ ਦੀ ਟੁਕੜੀ ਲਈ but also to the whole division। ਪਰ ਉਸ ਸਾਰੇ ਡਿਵੀਜ਼ਨ ਉਹ ਸਾਰੇ ਖਿੱਤੇ ਲਈ ਇਹ ਇੱਕ ਬਹੁਤ ਵਧੀਆ ਐਗਜ਼ਾਮਪਲ ਸੀ ਐਂਡ ਵਾਰ ਇਨ ਦਾ ਹਾਈਐਸਟ ਟ੍ਰੈਡੀਸ਼ਨਸ ਆਫ ਦਾ ਇੰਡੀਅਨ ਆਰਮੀ। ਤੇ ਹੁਣ ਵੀ ਇਹ ਇੰਡੀਅਨ ਆਰਮੀ ਦੀਆਂ ਮਹਾਨ ਪਰੰਪਰਾਵਾਂ ਦੇ ਵਿੱਚ ਉੱਚੀ ਥਾਂ ਵਿੱਚ ਸ਼ਾਮਿਲ ਹੈ। ਨੈਕਸਟ ਹੈ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ PVC 17th July 1943 to 14 December 1971 ਜਿਨ੍ਹਾਂ ਦਾ ਜਨਮ 17 ਜੁਲਾਈ 1943 ਨੂੰ ਅਤੇ ਜਿਨ੍ਹਾਂ ਦੀ ਸ਼ਹੀਦੀ 14 ਦਸੰਬਰ 1971 ਨੂੰ ਹੋਈ was an officer of the Indian Air Force। ਇਹ ਇੰਡੀਅਨ 에ਅਰ ਫੋਰਸ ਦੇ ਆਫੀਸਰ ਸਨ। he was posthumously awarded the ਪਰਮਵੀਰ ਚੱਕਰ। ਉਹਨਾਂ ਨੂੰ ਮਰਨੋਪਰਾਂਤ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ। ਇੰਡੀਆਸ ਹਾਈਐਸਟ ਮਿਲਟਰੀ ਡੈਕੋਰੇਸ਼ਨ ਜੋ ਕਿ ਇੰਡੀਆ ਦਾ ਸਰਵਉੱਚ ਮਿਲਟਰੀ ਦਾ ਸਨਮਾਨ ਹੈ। ਇਨ ਰੈਕਗਨੀਸ਼ਨ ਆਫ ਹਿਸ ਲੋਨ ਡਿਫੈਂਸ ਆਫ ਸ੍ਰੀਨਗਰ 에ਅਰ ਬੇਸ ਅਗੇਂਸਟ ਅ ਪਾਕਿਸਤਾਨੀ 에ਅਰ ਰੇਡ ਡਿਊਰਿੰਗ ਦਾ ਇੰਡੋ ਪਾਕ ਵਾਰ ਆਫ 1971। ਉਹਨਾਂ ਦਾ ਇਹ ਸਨਮਾਨ ਇੰਡੋ ਪਾਕ ਵਾਰ ਜੋ ਕਿ 1971 ਵਿੱਚ ਲੜੀ ਗਈ ਉਸ ਦਰਮਿਆਨ ਜੋ ਪਾਕਿਸਤਾਨ ਦੀ ਫੌਜ ਸ੍ਰੀਨਗਰ 에ਅਰ ਬੇਸ ਤੇ ਅਟੈਕ ਕਰ ਰਹੀ ਸੀ ਤਾਂ ਉਹਨਾਂ ਨੇ ਇਕੱਲੇ ਹੀ ਉਸ ਦੇ ਅਟੈਕ ਨੂੰ ਰੋਕਿਆ। ਉਹਨਾਂ ਦੀ ਇਸ ਵੀਰਤਾ ਨੂੰ ਪਛਾਣਦੇ ਹੋਏ ਉਹਨਾਂ ਨੂੰ PVC ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ। During the Indo-Pak War of 1971, he was assigned to the number 18 Squadron, the Flying Bullets, flying the Folland Gnat fighter aircraft based at Srinagar। Indo-Pak War 1971 ਦੇ ਦੌਰਾਨ ਉਹਨਾਂ ਦੀ ਡਿਊਟੀ 18 ਨੰਬਰ ਸਕੁਐਡਰਨ ਦ ਫਲਾਈਂਗ ਬੁਲੇਟਸ ਵਿੱਚ ਲੱਗੀ ਗਈ। ਫੋਲੈਂਡ ਨਾਟ ਫਾਈਟਰ 에ਅਰਕ੍ਰਾਫਟ ਜੋ ਕਿ ਸ਼੍ਰੀਨਗਰ ਬੇਸਡ ਸੀ ਉੱਥੇ ਉਡਾਇਆ। On 14 December 1971 14 ਦਸੰਬਰ 1971 ਨੂੰ ਸ੍ਰੀਨਗਰ 에ਅਰਫੀਲਡ was attacked by 6 ਪਾਕਿਸਤਾਨ 에ਅਰ ਫੋਰਸ F-86 ਜੈਟਸ। ਸ੍ਰੀਨਗਰ ਦੀ 에ਅਰਫੀਲਡ ਉਸ ਜਗ੍ਹਾ ਤੇ 6 ਪਾਕਿਸਤਾਨ 에ਅਰ ਫੋਰਸ ਦੇ F-86 ਜੈਟਸ ਹਵਾਈ ਜਹਾਜ਼ਾਂ ਨੇ ਉੱਥੇ ਹਮਲਾ ਕਰ ਦਿੱਤਾ। ਸੇਖੋਂ was on readiness duty at that time। ਸੇਖੋਂ ਉਸ ਵੇਲੇ ਡਿਊਟੀ ਲਈ ਤਿਆਰ ਹੋ ਰਿਹਾ ਸੀ। Soon the enemy aircraft attacked the airfield। ਜਲਦੀ ਹੀ ਪਤਾ ਚੱਲਿਆ ਕਿ ਦੁਸ਼ਮਣ ਨੇ 에ਅਰਫੀਲਡ ਤੇ ਅਟੈਕ ਕਰ ਦਿੱਤਾ ਹੈ। ਸਟ੍ਰੈਫਿੰਗ ਗਰਾਊਂਡ ਟਾਰਗੇਟਸ ਤੇ ਉਹ ਗਰਾਊਂਡ ਤੇ ਖਾਸ ਜਗ੍ਹਾਵਾਂ ਤੇ ਨਿਸ਼ਾਨਾ ਬਣਾ ਰਹੇ ਸਨ। ਅੰਡਰ ਹੈਵੀ ਫਾਇਰ ਹੀ ਵਾਸ ਏਬਲ ਟੂ ਟੇਕ ਆਫ ਇਨ ਹਿਸ ਨਾਟ ਐਂਡ ਐਂਗੇਜ ਦਾ ਸੇਬਰਸ। ਜੋ ਆਸਮਾਨ ਤੋਂ ਪਾਕਿਸਤਾਨੀ ਜਹਾਜ਼ ਸੇਬਰਸ ਵੱਲੋਂ ਗੋਲਾਬਾਰੀ ਹੋ ਰਹੀ ਸੀ ਉਸ ਗੋਲਾਬਾਰੀ ਦੇ ਅੰਡਰ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਨਾਟ ਵਿੱਚ ਜਿਹੜਾ ਸੀ ਟੇਕ ਆਫ ਕੀਤਾ ਭਾਵ ਨਾਟ ਜਹਾਜ਼ ਨੂੰ ਆਪਣੇ ਉਡਾਨ 'ਚੋਂ ਕਾਮਯਾਬ ਹੋ ਗਏ।
In the ensuing air battle, उस air battle ਨੂੰ continue ਕਰਦੇ ਸਿੱਖੋਂ scored a direct hit on the saber and set another ablaze। ਤਾਂ ਸਿੱਖੋਂ ਨੇ ਇੱਕ ਜਹਾਜ਼ ਨੂੰ direct shoot ਕੀਤਾ ਤੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। The latter was seen heading away towards Rajouri। ਉਸ ਤੋਂ ਬਾਅਦ ਦੂਸਰਾ ਵੀ ਦੇਖਿਆ ਗਿਆ ਕਿ ਉਹ ਰਜੌਰੀ ਦੇ ਵੱਲ ਨੂੰ ਗਿਰ ਰਿਹਾ ਸੀ ਜਿਹਦੇ ਵਿੱਚੋਂ ਧੂਆਂ ਨਿਕਲ ਰਿਹਾ ਸੀ। The four remaining sabers pressed the attack and after a lengthy dogfight at treetop level, Sekhon's aircraft was hit and he was killed। ਹੁਣ ਬਾਕੀ ਦੇ 4 ਸੈਬਰ ਜਹਾਜ਼ਾਂ ਨੇ ਅਟੈਕ ਹੋਰ ਵਧਾ ਦਿੱਤਾ ਤੇ ਇਸ ਅਸਮਾਨੀ ਬਹੁਤ ਭਿਆਨਕ ਤੇ ਲੰਬੀ ਲੜਾਈ ਦੇ ਵਿੱਚ ਸਿੱਖੋਂ ਦੇ 에ਅਰਕ੍ਰਾਫਟ ਨੂੰ ਵੀ ਦੁਸ਼ਮਣ ਨੇ ਹਿੱਟ ਕਰ ਦਿੱਤਾ ਤੇ ਉਹਨਾਂ ਦੀ ਮੌਤ ਹੋ ਗਈ। The remaining Pakistani aircraft returned to Pakistan without pressing the attack। ਬਾਕੀ ਦੇ ਪਾਕਿਸਤਾਨੀ 에ਅਰਕ੍ਰਾਫਟ ਵਾਪਸ ਮੁੜ ਗਏ ਬਿਨਾਂ ਹੋਰ ਅੱਗੇ ਅਟੈਕ ਕੀਤੇ। The bravery, flying skill and determination displayed by flying officer Sekhon earned him India's highest wartime medal for gallantry, the Paramveer Chakra। Flying officer Sekhon द्वारा दिखाई गई बहादुरी, जहाज उड़ान ਦੀ ਕੁਸ਼ਲਤਾ ਅਤੇ ਪੱਕੇ ਇਰਾਦੇ ਨੇ ਉਹਨਾਂ ਨੂੰ ਇੰਡੀਆ ਦਾ ਸਭ ਤੋਂ ਉੱਚਾ ਅਵਾਰਡ ਪਰਮਵੀਰ ਚੱਕਰ ਜੋ ਕਿ ਜੰਗਾਂ ਯੁੱਧਾਂ ਦੇ ਵਿੱਚ ਬਹਾਦਰੀ ਦਿਖਾਉਣ ਲਈ ਮਰਨ ਉਪਰੰਤ ਮਿਲਦਾ ਹੈ ਉਹ ਦੇ ਕੇ ਉਹਨਾਂ ਨੂੰ ਨਿਵਾਜਿਆ ਗਿਆ ਭਾਵ ਉਹਨਾਂ ਨੇ ਕਮਾਇਆ। His skill was later praised in an article by Salim Beg Mirza, the pilot who shot him down। Salim Beg Mirza ਜੋ ਕਿ ਪਾਕਿਸਤਾਨ ਦਾ ਪਾਇਲਟ ਸੀ ਜਿਸ ਨੇ ਉਸ ਦੇ ਜਹਾਜ਼ ਨੂੰ ਸ਼ਾਟ ਡਾਊਨ ਕੀਤਾ ਸੀ ਉਸ ਨੇ ਵੀ ਉਸ ਦੀ ਜਹਾਜ਼ ਚਲਾਉਣ ਦੀ ਕੁਸ਼ਲਤਾ ਨੂੰ ਬਹੁਤ ਸਰਾਹਿਆ। ਨੈਕਸਟ ਹੈ ਕੈਪਟਨ ਵਿਕਰਮ ਬਤਰਾ PVC। ਅਗਲੇ ਪਰਮਵੀਰ ਚੱਕਰ ਪ੍ਰਾਪਤ ਸ਼ਹੀਦ ਹਨ ਕੈਪਟਨ ਵਿਕਰਮ ਬਤਰਾ ਜਿਨ੍ਹਾਂ ਦਾ ਜਨਮ 9 ਸਤੰਬਰ 1974 ਵਿੱਚ ਹੋਇਆ ਤੇ ਜਿਨ੍ਹਾਂ ਦੀ ਸ਼ਹੀਦੀ 7 ਜੁਲਾਈ 1999 ਵਿੱਚ ਹੋਈ। was an officer of the Indian Army ਜੋ ਕਿ ਇੰਡੀਅਨ ਆਰਮੀ ਦੇ ਆਫੀਸਰ ਸਨ posthumously awarded with the ਪਰਮਵੀਰ ਚੱਕਰ ਜਿਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਦੇ ਕੇ ਨਿਵਾਜਿਆ ਗਿਆ। India's highest and prestigious award for valor ਜੋ ਕਿ ਇੰਡੀਆ ਦਾ ਸਰਵਉੱਚ ਅਤੇ ਮਾਣਮੱਤਾ ਬਹਾਦਰੀ ਦਾ ਅਵਾਰਡ ਹੈ for his actions during the 1999 Kargil war in Kashmir between India and Pakistan ਜੋ ਕਿ ਉਹਨਾਂ ਨੂੰ ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ 1999 ਵਿੱਚ ਹੋਈ ਕਾਰਗਿਲ ਵਾਰ ਕਸ਼ਮੀਰ ਵਿੱਚ ਬਹਾਦਰੀ ਦਿਖਾਉਣ ਕਰਕੇ ਮਿਲਿਆ ਸੀ। ਵਿਕਰਮ ਬਤਰਾ was born on 9 September 1974 in Kuggad village near Palampur, Himachal Pradesh। ਵਿਕਰਮ ਬਤਰਾ ਜੀ ਦਾ ਜਨਮ 9 ਸਤੰਬਰ 1974 ਵਿੱਚ ਕੁਗੜ ਪਿੰਡ ਜੋ ਕਿ ਪਾਲਮਪੁਰ ਹਿਮਾਚਲ ਪ੍ਰਦੇਸ਼ ਦੇ ਨੇੜੇ ਹੈ ਵਿੱਚ ਹੋਇਆ। He was selected to join the Indian Army Academy in Dehradun in 1996 in Jessore Company of Manik Shah Battalion। ਉਹਨਾਂ ਨੇ 1996 ਵਿੱਚ ਜੈਸੋਰ ਕੰਪਨੀ ਆਫ ਮਾਨਿਕ ਸ਼ਾਹ ਬਟਾਲੀਅਨ ਜੋ ਕਿ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਦੀ ਬਟਾਲੀਅਨ ਹੈ ਉਸ ਨੂੰ ਜੁਆਇਨ ਕੀਤਾ ਐਂਡ ਵਾਸ ਕਮਿਸ਼ਨਡ ਇਨ ਦ ਇੰਡੀਅਨ ਆਰਮੀ ਐਜ਼ ਅ ਲੈਫਟੀਨੈਂਟ ਆਫ ਦ 13 ਜੰਮੂ ਐਂਡ ਕਸ਼ਮੀਰ ਰਾਈਫਲਸ ਐਟ ਸੋਪੋਰ ਅਤੇ ਜਿਨ੍ਹਾਂ ਨੂੰ 13 ਜੰਮੂ ਐਂਡ ਕਸ਼ਮੀਰ ਰਾਈਫਲ ਸੁਪੋਰ ਵਿਖੇ ਇੰਡੀਅਨ ਆਰਮੀ ਦੇ ਲੈਫਟੀਨੈਂਟ ਦਾ ਇੱਕ ਅਹੁਦਾ ਦਿੱਤਾ ਗਿਆ ਇਨ ਜੰਮੂ ਐਂਡ ਕਸ਼ਮੀਰ ਜੋ ਕਿ ਜੰਮੂ ਅਤੇ ਕਸ਼ਮੀਰ ਦੀ ਸੀ। ਹੀ ਰੋਜ਼ ਟੂ ਦ ਰੈਂਕ ਆਫ ਕੈਪਟਨ ਉਸ ਤੋਂ ਬਾਅਦ ਉਹ ਕੈਪਟਨ ਦੇ ਰੈਂਕ ਵਿੱਚ ਅੱਗੇ ਵਧਿਆ। ਔਨ 1 ਜੂਨ 1999 1 ਜੂਨ 1999 ਨੂੰ his unit proceeded to the Kargil sector on the eruption of a war-like situation in Kargil, Dras and Batalik subsectors। 1 ਜੂਨ 1999 ਨੂੰ ਉਹਨਾਂ ਦੇ ਯੂਨਿਟ ਨੂੰ ਕਾਰਗਿਲ ਸੈਕਟਰ ਵਿੱਚ ਅੱਗੇ ਭੇਜਿਆ ਗਿਆ ਜਿਸ ਦੇ ਖੇਤਰ ਕਾਰਗਿਲ, ਦਰਾਸ ਅਤੇ ਬਟਾਲਿਕ ਸਬ ਸੈਕਟਰਸ ਦੇ ਵਿੱਚ ਯੁੱਧ ਦੀ ਤਰ੍ਹਾਂ ਹਾਲਾਤ ਪੈਦਾ ਹੋ ਗਏ ਸਨ। He was sent along with his company on the first strategic and daring operation to recapture the first peak of utmost importance point 5140। ਉਹਨਾਂ ਨੂੰ ਆਪਣੀ ਕੰਪਨੀ ਦੇ ਨਾਲ ਭੇਜਿਆ ਗਿਆ point 5140 ਜੋ ਉਹਨਾਂ ਦੀ ਲੋਕੇਸ਼ਨ ਸੀ ਜਿਸ ਤੇ ਦੁਸ਼ਮਣ ਨੇ ਕਬਜ਼ਾ ਕਰ ਲਿਆ ਸੀ ਉਸ ਜਗ੍ਹਾ ਨੂੰ ਰੀਕੈਪਚਰ ਕਰਨ ਲਈ ਇਹ ਆਪਰੇਸ਼ਨ ਬੜਾ ਪਲੈਨਿੰਗ ਵਾਲਾ ਤੇ ਬਹੁਤ ਸਾਹਸੀ ਸੀ ਜਿਸ ਲਈ ਉਹਨਾਂ ਦੀ ਟੀਮ ਨੂੰ ਉੱਥੇ ਭੇਜਿਆ ਗਿਆ which was at an altitude of 17,000 feet 17,000 ਫੀਟ ਦੀ ਉਚਾਈ ਤੇ ਸੀ।
Captain Vikram Batra was given the task of recapturing point 5140. Captain Vikram Batra ਨੂੰ ਇਹ ਟਾਸਕ ਦਿੱਤਾ ਗਿਆ ਕਿ ਉਹ point 5140 ਨੂੰ ਰੀਕੈਪਚਰ ਕਰਨ, ਦੁਬਾਰਾ ਉਸ ਤੇ ਕਬਜ਼ਾ ਕਰਨ। ਨਿਕਨੇਮਡ ਸ਼ੇਰ ਸ਼ਾਹ, ਉਹਨਾਂ ਦੀ ਬਹਾਦਰੀ ਕਰਕੇ ਉਹਨਾਂ ਨੂੰ ਇੱਕ ਛੋਟਾ ਨਾਮ ਦਿੱਤਾ ਗਿਆ ਸ਼ੇਰ ਸ਼ਾਹ। He decided to lead the rear. ਉਹਨਾਂ ਨੇ ਪਿੱਛੋਂ ਦੀ ਜਾਣ ਦਾ ਫੈਸਲਾ ਕੀਤਾ, ਭਾਵ ਉਹਨਾਂ ਨੇ ਸਾਹਮਣੇ ਦੀ ਜਗ੍ਹਾ ਤੋਂ ਪਿਛਲੇ ਪਾਸਿਓਂ ਦੀ ਜਾਣ ਦਾ ਫੈਸਲਾ ਕੀਤਾ। ਐਜ਼ ਐਨ ਐਲੀਮੈਂਟ ਆਫ ਸਰਪ੍ਰਾਈਜ਼ would help stupefy the enemy, ਇਸ ਉਮੀਦ ਦੇ ਨਾਲ ਕਿ ਅਸੀਂ ਜੇ ਪਿੱਛੋਂ ਦੀ ਜਾਵਾਂਗੇ ਤਾਂ ਸਾਡਾ ਐਨਮੀ ਜਿਹੜਾ ਹੈ ਉਹ ਸਰਪ੍ਰਾਈਜ਼ ਹੋ ਜਾਏਗਾ, ਉਹਨਾਂ ਅੰਦਰ ਹੜਬੜਾਹਟ ਮਚ ਜਾਏਗੀ। He and his men ascended the sheer rock cliff, ਉਹ ਅਤੇ ਉਹਨਾਂ ਦੇ ਸਾਥੀਆਂ ਨੇ ਚੜ੍ਹਨਾ ਸ਼ੁਰੂ ਕੀਤਾ ਇੱਕ ਸ਼ੀਅਰ ਰੌਕ ਕਲਿਫ। ਸ਼ੀਅਰ ਹੁੰਦਾ ਬਹੁਤ ਔਖੀ, ਰੌਕ ਕਲਿਫ ਯਾਨੀ ਇੱਕ ਚੱਟਾਨ ਦੀ ਸਭ ਤੋਂ ਉੱਪਰਲਾ ਸਿਖਰ, ਉਸ ਤੇ ਚੜ੍ਹਨਾ ਉਹਨਾਂ ਨੇ ਸ਼ੁਰੂ ਕੀਤਾ ਜੋ ਕਿ ਬਿਲਕੁਲ ਸਟ੍ਰੇਟ ਸੀ। ਬਟ ਐਜ਼ ਦ ਗਰੁੱਪ ਨੀਅਰਡ ਦ ਟੌਪ, ਪਰ ਜਿੱਦਾਂ ਹੀ ਉਹ ਗਰੁੱਪ ਉਸ ਉਚਾਈ ਦੇ ਬਿਲਕੁਲ ਨੇੜੇ ਪਹੁੰਚ ਗਿਆ, the enemy pinned them on the face of the bare cliff with machine gun fire। ਬੇਅਰ ਕਲਿਫ ਯਾਨੀ ਜਿੱਥੇ ਕਿ ਕੋਈ ਹੋਰ ਛੁਪਣ ਦੀ ਜਗ੍ਹਾ ਨਹੀਂ, ਜਿਹੜੀ ਸਪਸ਼ਟ ਦਿਖਦੀ ਹੋਈ ਉਹ ਚਟਾਨ ਸੀ। ਤਾਂ ਜਦੋਂ ਉੱਪਰ ਪਹੁੰਚਣ ਲੱਗੇ ਤੇ ਐਨਮੀ ਦੀ ਨਿਗਾਹ ਉਹਨਾਂ ਤੇ ਪੈ ਗਈ ਤੇ ਉਹਨਾਂ ਨੇ ਆਪਣੀ ਮਸ਼ੀਨ ਗਨ ਦੇ ਨਾਲ ਉਹਨਾਂ ਤੇ ਫਾਇਰ ਕਰਨੀ ਸ਼ੁਰੂ ਕਰ ਦਿੱਤੀ। ਕੈਪਟਨ ਬਤਰਾ ਅਲੋਂਗ ਵਿਦ 5 ਆਫ ਹਿਸ ਮੈਨ, ਕੈਪਟਨ ਬਤਰਾ ਆਪਣੇ 5 ਬੰਦਿਆਂ ਦੇ ਨਾਲ ਕਲਾਈਮਡ ਅਪ, ਉੱਪਰ ਚੜਿਆ। ਰਿਗਾਰਡਲੈਸ ਆਫ ਦਾ ਹੈਵੀ ਫਾਇਰਿੰਗ, ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਦੇ ਬਾਵਜੂਦ ਵੀ, ਐਂਡ ਆਫਟਰ ਰੀਚਿੰਗ ਦਾ ਟੌਪ hurled 2 grenades at the machine gun post, ਕੈਪਟਨ ਬਤਰਾ ਨੇ 2 ਗੋਲੇ ਉਹਨਾਂ ਦੀ ਮਸ਼ੀਨ ਗਨ ਪੋਸਟ ਤੇ ਦਾਗ ਦਿੱਤੇ। he single-handedly killed 3 enemy soldiers in close combat, ਉਹਨਾਂ ਨੇ ਬਹੁਤ ਨੇੜੇ ਦੀ ਲੜਾਈ ਦੇ ਵਿੱਚ 3 ਦੁਸ਼ਮਣ ਦੇ ਸੈਨਿਕਾਂ ਨੂੰ ਮਾਰ ਗਿਰਾਇਆ। he was seriously injured during this, ਇਸ ਲੜਾਈ ਦੇ ਵਿੱਚ ਉਹ ਬੁਰੀ ਤਰ੍ਹਾਂ ਘਾਇਲ ਹੋ ਗਏ। but insisted on regrouping his men to continue with the mission, ਪਰ ਉਹ ਜ਼ਿੱਦ ਤੇ ਅੜੇ ਰਹੇ ਆਪਣੇ ਸਾਥੀਆਂ ਨੂੰ ਦੁਬਾਰਾ ਇਕੱਠੇ ਕਰਨ ਵਿੱਚ ਤੇ ਆਪਣੇ ਇਸ ਮਿਸ਼ਨ ਨੂੰ ਕੰਟੀਨਿਊ ਰੱਖਣ ਵਿੱਚ। ਇੰਸਪਾਇਰਡ ਬਾਈ ਦਾ ਕਰੇਜ ਡਿਸਪਲੇਡ ਬਾਈ ਕੈਪਟਨ ਬਤਰਾ ਦੁਆਰਾ ਦਿਖਾਏ ਗਏ ਇਸ ਅਦਭੁਤ ਸਾਹਸ ਤੋਂ ਪ੍ਰੇਰਿਤ ਹੁੰਦੇ ਹੋਏ the other soldiers of 13 JAK rifles charged the enemy position, ਤਾਂ 13 JAK ਰਾਈਫਲਸ ਦੇ ਦੂਜੇ ਸੈਨਿਕਾਂ ਨੇ ਦੁਸ਼ਮਣ ਦੀਆਂ ਪੋਜੀਸ਼ਨਸ ਤੇ ਹਮਲਾ ਕਰ ਦਿੱਤਾ and captured point 5140 at 3:30 AM on 20th June 1999, ਤੇ ਹਮਲਾ ਕਰਕੇ 20 ਜੂਨ 1999 ਨੂੰ 3:30 ਵਜੇ ਸਵੇਰੇ point 5140 ਤੇ ਆਪਣਾ ਕਬਜ਼ਾ ਕਰ ਲਿਆ। His company is credited with killing at least 8 Pakistani soldiers and recovering a heavy machine gun, ਉਹਨਾਂ ਦੀ ਕੰਪਨੀ ਨੂੰ ਇਹ ਕ੍ਰੈਡਿਟ ਗਿਆ ਕਿ ਉਹਨਾਂ ਨੇ ਘੱਟੋ ਘੱਟ 8 ਪਾਕਿਸਤਾਨੀ ਸੋਲਜਰਸ ਨੂੰ ਮਾਰ ਗਿਰਾਇਆ ਅਤੇ ਬਹੁਤ ਭਾਰੀ ਮਾਤਰਾ ਵਿੱਚ ਮਸ਼ੀਨ ਗਨਸ ਉਹਨਾਂ ਤੋਂ ਹਥਿਆਰ ਲਈਆਂ। The capture of point 5140 set in motion a string of successes, ਸੋ ਸਭ ਤੋਂ ਪਹਿਲਾਂ ਕੈਪਚਰਡ ਹੋਏ point 5140 ਦੀ ਘਟਨਾ ਦੀ ਸ਼੍ਰਿੰਖਲਾ ਦੇ ਵਿੱਚ ਕਈ ਹੋਰ ਕਾਮਯਾਬੀਆਂ ਜੁੜਦੀਆਂ ਗਈਆਂ, such as point 5100, point 4700, ਜੰਕਸ਼ਨ ਪੀਕ and 3 ਪਿੰਪਲਸ। ਸੋ ਇਹਨਾਂ ਜਗ੍ਹਾਵਾਂ ਨੂੰ ਵੀ ਇੰਡੀਆ ਨੇ ਪਾਕਿਸਤਾਨ ਤੋਂ ਰੀਆਕੂਪਾਈ ਕਰ ਲਿਆ, ਦੁਬਾਰਾ ਉਹਨਾਂ ਤੇ ਕਬਜ਼ਾ ਕਰ ਲਿਆ। Along with fellow captain Anuj Nayyar, Batra led his men to victory with the recapture of point 4750 and point 4875। ਆਪਣੇ ਸਾਥੀ ਕੈਪਟਨ ਅਨੁਜ ਨਈਅਰ ਬਤਰਾ ਦੇ ਨਾਲ ਉਹਨਾਂ ਨੇ 4750 ਤੇ point 4875 ਨੂੰ ਰੀਕੈਪਚਰ ਕਰਕੇ ਜਿੱਤ ਪ੍ਰਾਪਤ ਕੀਤੀ। He attained martyrdom when he tried to rescue an injured officer during the enemy counter attack against point 4875 in the early morning hours of 7 July 1999। 7 ਜੁਲਾਈ 1999 ਨੂੰ ਸਵੇਰ ਵੇਲੇ ਜਦੋਂ ਕਿ ਉਹ point 4875 ਨੂੰ ਦੁਬਾਰਾ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਸ ਵੇਲੇ ਆਪਣੇ ਇੱਕ ਜ਼ਖਮੀ ਸਾਥੀ ਨੂੰ ਬਚਾਉਂਦੇ ਉਹ ਸ਼ਹੀਦੀ ਪ੍ਰਾਪਤ ਕਰ ਗਏ। His last words were ਜੈ ਮਾਤਾ ਦੀ, which means victory to the mother Durga। ਉਹਨਾਂ ਦੇ ਆਖਰੀ ਸ਼ਬਦ ਸਨ ਜੈ ਮਾਤਾ ਦੀ, ਜਿਸ ਦਾ ਮਤਲਬ ਹੈ ਕਿ ਦੁਰਗਾ ਮਾਤਾ ਦੀ ਜੈ ਹੋਵੇ। Compiled by ਵੰਦਨਾ ਸਹਿਗਲ, ਸੋ ਇਹ ਜੋ ਸਾਰਾ ਲੈਸਨ ਹੈ ਵੰਦਨਾ ਸਹਿਗਲ ਜੀ ਨੇ ਕੰਪਾਈਲ ਕੀਤਾ ਤੇ ਉਹਨਾਂ ਨੇ ਨਾਲ ਸੋਰਸ ਦੱਸਿਆ ਕਿ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਕਿੱਥੋਂ ਲਈ, ਕਰਟੇਸੀ ਹੈ ਵਿਕੀਪੀਡੀਆ। ਸੋ ਕੰਪਿਊਟਰ ਤੇ ਜੋ ਹੈ ਵਿਕੀਪੀਡੀਆ
ਉਸ ਤੋਂ ਉਹਨਾਂ ਨੇ ਸਾਰੀ ਇਹ ਜਿਹੜੀ ਹੈ ਇਨਫੋਰਮੇਸ਼ਨ ਲਈ ਹੈ। ਸੋ ਹੋਪ ਤੁਹਾਨੂੰ ਇਹ ਲੈਸਨ ਬਹੁਤ ਅੱਛਾ ਲੱਗਿਆ ਹੋਵੇਗਾ ਤੇ ਨਾਲ ਹੀ ਬਹੁਤ ਗਰਵ ਮਾਣ ਮਹਿਸੂਸ ਹੋਇਆ ਹੋਵੇਗਾ ਕਿ ਸਾਡੇ ਦੇਸ਼ ਦੇ ਸੈਨਿਕ ਕਿਸ ਤਰ੍ਹਾਂ ਬਹਾਦਰੀ ਨਾਲ ਲੜਦੇ ਹੋਏ ਆਪਣੇ ਦੇਸ਼ ਪ੍ਰਤੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਅਤੇ ਦੂਜਿਆਂ ਲਈ ਮਿਸਾਲ ਛੱਡ ਗਏ। ਸੋ ਇਹਦੇ ਕੁਐਸਚਨ ਆਨਸਰਸ ਮੈਂ ਇਹਦੇ ਨਾਲ ਜੋੜ ਰਿਹਾ ਹਾਂ, ਤੁਸੀਂ ਉਸ ਨੂੰ ਧਿਆਨ ਨਾਲ ਪੜ੍ਹ ਕੇ ਤੇ ਆਪਣੇ ਪੇਪਰਾਂ 'ਚ ਅੱਛੇ ਨੰਬਰ ਲੈ ਸਕਦੇ ਹੋ। ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।